ऐसी लाल तुझ बिन कौन करे। गरीब निवाज गुसैया मेरा माथे छतर थरै। जाकी छोत जगत को लागै तां पर तू ही ठहरै। नीचे ऊच करे मेरा गोबिंद काहूँ ते ना डरै। नाम देव कबीर तिलोचन सदना सैन तरै। कह रविदास सुनो रे संतो हर जियो ते सबै सरै। वाह प्रगटियो मर्द या गमड़ा वरियाम या केला। वाह वाह गोबिंद सिंह आपे गुर चेला। परम सन्मान योग जुग हो जुग अटल सतगुरु तन तन गुरु ग्रंथ ਸਾਹਿਬ महाराज जी ਦੀ पावन पवित्र हजूरी अंदर सुभाईमान होए बैठे गुरु सवारे सत संगी जनों, सतगुरां दी अपार बख्शिश रहमत हुई है। कलगीधर स्वामी साहिब सतगुरु गुरु गोबिंद सिंह पातशाह जी दे आगमन दिवस ਨੂੰ ਸਮਰਪਿਤ ਅੱਜ ਦੇ ਇਹ ਵਿਸ਼ੇਸ਼ ਦੀਵਾਨ ਸਜੇ ਹਨ। ਇਨ੍ਹਾਂ ਦੀਵਾਨਾਂ ਅੰਦਰ ਆਪਾਂ ਸਾਰਿਆਂ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੇ ਬਖਸ਼ਿਸ਼ ਰਹਿਮਤ ਕਰਨ ਜਿੱਥੇ ਸਰੀਰਕ ਤੌਰ ਤੇ ਜੁੜੇ ਹੋਏ ਹਾਂ, ਉੱਥੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਮਨ ਦੀ ਪੱਤਰੀ ਵਾਚਣ ਦੀ ਵੀ ਜਾਚ ਆ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨੂੰ ਜਦੋਂ ਦੇਖਦੇ ਹਾਂ, ਸਤਿਗੁਰੂ ਨੇ ਬੜੀ ਵੱਡੀ ਬਖਸ਼ਿਸ਼ ਰਹਿਮਤ ਕਰ ਦਿੱਤੀ। ਜੇ ਕਿਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਕੇ ਸੈਦ ਖਾਨ ਵਰਗਾ ਜਰਨੈਲ ਸਤਿਗੁਰੂ ਜੀ ਨੂੰ ਸਰੀਰਕ ਤੌਰ ਤੇ ਬੜੀ ਵੱਡੀ ਬਿਪਤਾ ਅੰਦਰ ਪਾਉਣਾ ਚਾਹੁੰਦਾ ਹੈ, ਪਰ ਉਸੇ ਦੀ ਭੈਣ ਨਸੀਰਾਂ ਸਢੌਰੇ ਦੀ ਧਰਤੀ ਤੇ ਬੈਠ ਕੇ ਅਰਦਾਸ ਬੇਨਤੀ ਕਰੀ ਜਾਂਦੀ ਹੈ ਕਿ ਇਸ ਆਏ ਹੋਏ ਮੇਰੇ ਵੀਰ ਨੂੰ ਨਦਰੀ ਨਦਰ ਨਿਹਾਲ ਕਰਕੇ ਆਪਣੇ ਚਰਨਾਂ ਦਾ ਭੌਰਾ ਬਣਾ ਲੈ। ਅਰਦਾਸ ਪ੍ਰਵਾਨ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਅੰਦਰ ਗਿਆ ਹੋਇਆ ਉਹ ਭਾਈ ਸੈਦ ਖਾਨ ਜਰਨੈਲ ਸਤਿਗੁਰੂ ਦੇ ਸਾਹਮਣੇ ਝੁਕ ਜਾਂਦਾ ਹੈ ਤੇ ਸਾਹਿਬ ਕਹਿਣ ਲੱਗੇ, ਸੈਦ ਖਾਨ ਤੂੰ ਸਾਧ ਬਣ ਜਾ, ਤੇ ਜੇ ਨਦੇੜ ਦੀ ਧਰਤੀ ਤੇ ਬੰਦਾ ਸਿੰਘ ਬਹਾਦਰ ਵਰਗਾ ਇੱਕ ਸ਼ਾਂਤੀ ਮੱਠ ਦੇ ਅੰਦਰ ਬੈਠ ਲੋਕਾਂ ਨੂੰ ਇਕੱਲਾ ਸ਼ਾਂਤੀ ਦਾ ਹੀ ਸਬਕ ਕਰਾ ਮਾਤਾ ਰਾਈ ਨਾਟਕ ਚੇਟਕ ਰਾਈ ਪੜ੍ਹਾ ਰਿਹਾ ਹੈ, ਤੇ ਉਸ ਅਸਥਾਨ ਤੇ ਪਹੁੰਚ ਕੇ ਸਾਹਿਬ ਕਹਿਣ ਲੱਗੇ, ਸਾਧ ਨਹੀਂ ਤੂੰ ਜਰਨੈਲ ਬਣ ਜਾ। ਉਸ ਨੂੰ ਸ਼ਸਤਰ ਦਿੱਤੇ ਜਾਂਦੇ ਨੇ ਤੇ ਪੰਜਾਬ ਦੀ ਧਰਤੀ ਤੇ ਜਾ ਕੇ ਉਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਖਾਨ ਫੌਜਾਂ ਲੈ ਉਹਨਾਂ ਜ਼ਾਲਮਾਂ ਦੇ ਆਹੂ ਲਾ ਦਿੱਤੇ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਾਰੀ ਤਾਕਤ ਹੈ। ਆਓ ਸਤਿਗੁਰੂ ਦਾ ਇਤਿਹਾਸ, ਪਾਵਨ ਬਾਣੀ ਅਤੇ ਦੁਨੀਆ ਅੰਦਰ ਜਿਹੜੇ ਕੁਝ ਹੋਰ ਜਰਨੈਲ ਹੋਏ ਹਨ ਉਹਨਾਂ ਸੰਬੰਧੀ ਕੁਝ ਸਮਾਂ ਵਿਚਾਰਾਂ ਦੀ ਸਾਂਝ ਕਰ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ ਬੜੇ ਜਰਨੈਲ ਹੋਏ ਹਨ, ਪਰ ਖਾਸ ਕਰਕੇ ਤਿੰਨਾਂ ਦਾ ਜ਼ਿਕਰ ਮਨੁੱਖਤਾ ਵਾਰ-ਵਾਰ ਕਰਦੀ ਏ।
ਉਹਨਾਂ ਵਿੱਚੋਂ ਇੱਕ ਹੈ ਸਿਕੰਦਰ, ਦੂਸਰਾ ਹੈ ਨੈਪੋਲੀਅਨ ਤੇ ਤੀਸਰਾ ਹੈ ਹਿਟਲਰ। ਜਿਸ ਵਕਤ ਇਹ ਸਿਕੰਦਰ ਨੇ ਮਨ ਅੰਦਰ ਐਸਾ ਸੁਪਨਾ ਸਿਰਜ ਲਿਆ ਕਿ ਮੈਂ ਦੁਨੀਆ ਨੂੰ ਫਤਿਹ ਕਰਨਾ ਹੈ, ਬੜੇ ਇਲਾਕਿਆਂ ਦੇ ਅੰਦਰ ਉਹ ਗਿਆ, ਬੜੇ ਇਲਾਕੇ ਉਸਨੇ ਜਿੱਤ ਲਏ। ਪਰ ਜਿਸ ਵਕਤ ਉਹ ਪੰਜਾਬ ਦੀ ਧਰਤੀ ਤੇ ਆਉਂਦਾ ਹੈ ਤੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਸੂਰਮੇ ਜਿਹੜੇ ਹਨ ਉਹ ਸਤਲੁਜ ਤੋਂ ਵੀ ਅੱਗੇ ਉਸ ਚੜ੍ਹੇ ਹੋਏ ਜਰਨੈਲ ਨੂੰ ਜਾਣ ਨਹੀਂ ਦਿੰਦੇ। ਜਿਸ ਵਕਤ ਮਾਨੋ ਦੁਨੀਆ ਨੂੰ ਫਤਿਹ ਕਰਦਿਆਂ ਕਰਦਿਆਂ ਅਖੀਰ ਹਾਰ ਜਾਂਦਾ ਹੈ, ਅੰਤ ਹੁੰਦਾ ਹੈ, ਤੇ ਉਸ ਦੀ ਹਾਲਤ ਵਿਦਵਾਨਾਂ ਨੇ ਬਿਆਨ ਕੀਤੇ। ਕਹਿਣ ਲੱਗੇ ਜ਼ਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਕੋ ਮੈਂ ਖੁਦਾ, ਵਕਤ ਕਜ਼ਾ ਕਾ ਪੜਨੇ ਪਰ ਹੋਣੇ ਲਗੇ ਸਭ ਫਿਦਾ। ਜਦੋਂ ਮੌਤ ਦਾ ਸਮਾਂ ਆਇਆ ਕਦੀ ਵੈਦਾਂ ਨੂੰ ਬੁਲਾਉਂਦਾ ਹੈ, ਕਦੀ ਧਨ ਦਾ ਢੇਰ ਲਾ ਲੈਂਦਾ ਹੈ, ਆਖਰ ਗੱਲ ਕੋਈ ਨਹੀਂ ਬਣਦੀ ਤੇ ਜਾਂਦਾ ਜਾਂਦਾ ਉਹ ਕਹਿ ਜਾਂਦਾ ਹੈ ਕਿ ਸਿਕੰਦਰ ਕਾ ਜਨਾਜ਼ਾ ਕੁਚਾ ਕੁਚਾ में ਫਿਰੇ ਤਾਂ ਕਿ ਬਾ ਖਬਰ ਕਰ ਦੇ ਇਹ ਬਾਕੀ ਆਖਰ ਕਾ ਸਮਾਂ, ਕਿ ਮੇਰੀ ਹਾਲਤ ਦੁਨੀਆ ਨੂੰ ਪਤਾ ਲੱਗ ਜਾਏ। ਮੈਂ ਇੰਨੇ ਇਲਾਕੇ ਫਤਿਹ ਕੀਤੇ ਪਰ ਆਖਰ ਮੈਂ ਇਸ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ, ਹਾਰ ਕੇ ਜਾ ਰਿਹਾ। ਪਰ ਕੁਝ ਉਹ ਦੁਨੀਆ ਤੋਂ ਲੈ ਕੇ ਨਹੀਂ ਗਿਆ, ਨਿਰਾਸ਼ਤਾ ਦੇ ਅੰਦਰ ਉਹ ਸੰਸਾਰ ਦੇ ਵਿੱਚੋਂ ਚਲਾ ਜਾਂਦਾ ਹੈ। ਫਿਰ ਚੜਿਆ ਹੋਇਆ ਫਰਾਂਸ ਤੋਂ ਉਹ ਜਰਨੈਲ ਨੈਪੋਲੀਅਨ ਜਿਸ ਨੇ ਕਈ ਇਲਾਕਿਆਂ ਨੂੰ ਜਿੱਤਿਆ, ਪਰ ਜਿਸ ਵਕਤ ਇੱਕ ਅੰਗਰੇਜ਼ ਜਰਨੈਲ ਵੈਲਿੰਗਟਨ ਦੇ ਸਾਹਮਣੇ ਆਉਂਦਾ ਹੈ ਉਸ ਸਮੇਂ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਚੱਲਦੇ ਹੋਏ ਜਿਹੜੇ ਜਰਨੈਲ ਹਨ ਉਹ ਜ਼ਮੀਨ ਦੇ ਉੱਪਰ ਧਰਤੀ ਉੱਪਰ ਕੁਝ ਤਿਲਕਣਾ ਸ਼ੁਰੂ ਹੋ ਜਾਂਦੇ ਨੇ ਤੇ ਆਖਰ ਇਹ ਚੜਿਆ ਹੋਇਆ ਨੈਪੋਲੀਅਨ ਹਾਰ ਮੰਨ ਜਾਂਦਾ ਹੈ, ਉਸ ਦੇ ਅੱਗੇ ਗੋਡੇ ਟੇਕ ਦਿੰਦਾ ਹੈ। ਚੜਿਆ ਤੇ ਫਤਿਹ ਕਰਨ ਵਾਸਤੇ ਸੀ ਪਰ ਆਖਰ ਇਸ ਦੇ ਵੀ ਨਮੋਸ਼ੀ ਪੱਲੇ ਪੈ ਗਈ। ਉਸ ਤੋਂ ਬਾਅਦ ਮੈਂ ਤੀਸਰੇ ਦਾ ਹਿਟਲਰ ਦਾ ਜ਼ਿਕਰ ਕੀਤਾ ਹੈ, ਉਹ ਜਰਮਨ ਤੋਂ ਚੜ੍ਹਦਾ ਹੈ, ਬੜੇ ਇਲਾਕੇ ਉਸਨੇ ਫਤਿਹ ਕੀਤੇ, ਇੱਥੋਂ ਤੱਕ ਕਿ ਅੱਧੀ ਦੁਨੀਆ ਉੱਪਰ ਉਹ ਰਾਜ ਕਰ ਜਾਂਦਾ ਹੈ। 2.5 ਕਰੋੜ ਬੰਦੇ ਦਾ ਉਹ ਕਤਲ ਕਰ ਦਿੰਦਾ ਹੈ। ਉਹਨਾਂ ਵਿੱਚੋਂ 60 ਲੱਖ ਬੰਦਾ ਤੇ ਯਹੂਦੀਆਂ ਦਾ ਹੀ ਉਸਨੇ ਮਾਰ ਦਿੱਤਾ। ਪਰ ਜਿਸ ਦਿਨ ਉਸ ਦਾ ਅੰਤ ਹੋਇਆ ਉਸਨੇ ਆਪਣੀ ਘਰ ਵਾਲੀ ਨੂੰ ਗੋਲੀ ਮਾਰ ਦਿੱਤੀ। ਜਿਸ ਵਕਤ ਆਪਣੇ ਆਪ ਦਾ ਅੰਤ ਕਰਦਾ ਹੈ, ਪਹਿਲਾਂ ਘਰ ਵਾਲੀ ਮਾਰੀ ਫਿਰ ਆਪਣੇ ਆਪ ਦਾ ਗੋਲੀ ਦੇ ਨਾਲ ਹੀ ਅੰਤ ਕਰ ਲੈਂਦਾ ਹੈ। ਦੁਨੀਆ ਨੇ ਕਹਿ ਦਿੱਤਾ ਇਹ ਬੜੇ ਵੱਡੇ ਜਰਨੈਲ, ਪਰ ਦੁਨੀਆ ਤੋਂ ਨਿਰਾਸ਼ਤਾ ਪੱਲੇ ਲੈ ਕੇ ਗਏ, ਹਾਰ ਕੇ ਇਸ ਜਗਤ ਦੇ ਵਿੱਚੋਂ ਗਏ। ਦੁਨੀਆ ਨੇ ਕਹਿ ਦਿੱਤਾ ਕਿ ਇਹ ਆਏ ਹੋਏ ਜਰਨੈਲ ਸਿਰਫ ਜ਼ਰ ਜ਼ੋਰੂ ਅਤੇ ਜ਼ਮੀਨ ਵਾਸਤੇ ਹੀ ਲੜਦੇ ਰਹੇ, ਇਸ ਤੋਂ ਅੱਗੇ ਨਾ ਵਧੇ। ਹੁਣ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਜਿਨ੍ਹਾਂ ਦਾ ਜਗਤ ਦੇ ਅੰਦਰ ਐਸਾ ਨਾਮ ਨਾ ਹੋਇਆ, ਪਤਾ ਨਹੀਂ ਇਸ ਭਾਰਤ ਦੇ ਲੋਕਾਂ ਦਾ ਕੀ ਬਣਦਾ। ਇਹਨਾਂ ਦੀ ਅਣਖ ਗੈਰਤ ਬਿਲਕੁਲ ਮਰ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਗਤ ਦੇ ਅੰਦਰ ਆਉਂਦੇ ਨੇ, ਉਹਨਾਂ ਨੇ ਇਹਨਾਂ ਦੀ ਸੁੱਤੀ ਹੋਈ ਉਸ ਅਣਖ ਨੂੰ ਫਿਰ ਜਗਾ ਦਿੱਤਾ। ਔਰ ਕੱਲਾ ਆਪਾ ਨਹੀਂ, ਕੱਲਾ ਸਿੰਘ ਨਹੀਂ, ਇੱਥੋਂ ਤੱਕ ਕਿ ਆਪਣੇ ਪੁੱਤਰਾਂ ਨੂੰ ਵੀ ਚਮਕੌਰ ਦੇ ਮੈਦਾਨੇ ਜੰਗ ਦੇ ਅੰਦਰ ਭੇਜਦੇ ਹੋਏ ਇਹ ਬੋਲ ਸਾਂਝੇ ਕਰ ਰਹੇ ਨੇ। ਜੋਗੀ ਅੱਲਾ ਯਾਰ ਖਾਨ ਨੇ ਕਿਹਾ ਕਿ ਬੇਟਾ ਹੋ ਤੁਮ ਹੀ ਪੰਥ ਕੇ बेड़े खे खवैया, सर भेंट करो ताकि धर्म की चले नैया, ले दे के तुम ही थे मेरे गुलशन के बकैया, ले जाओ राह तकते हैं सब खुल्द में भैया, ख्वाहिश है तुम्हें तेग चलाते हुए देखे, हम आँख से बरसी तुम्हें खाते हुए देखें। अपने लाला नूं ये गल कह रहे ने। एक पासे इस भारत दे लोग चढ़िया होया जालमां दा हमलावरां दा सामना नहीं कर सकते, ते दूसरे पासे गुरु गोबिंद सिंह पातशाह ने इन्नी अणख गैरत इस कौम दे अंदर, इस मनुखता अंदर, भारतीयां दे अंदर भर के रख दिती कि जे सतगुरु जी मालवे दे इलाके अंदर जाके
ਇੱਕ ਬੰਦੂਕ ਦੀ ਪਰਖ ਕਰਨਾ ਚਾਹੁੰਦੇ ਨੇ। ਉਸ ਵਕਤ ਭਾਈ ਡੱਲੇ ਵਰਗੇ ਕੋਲ ਖੜੇ ਹੋਏ ਨੇ। ਬੜਾ ਲੰਬਾ ਖੈਰ ਸਾਖੀ ਇਸ ਦਾ ਜ਼ਿਕਰ ਆਉਂਦਾ ਹੈ, ਪਰ ਮੈਂ ਕੁਝ ਕੁ ਬਚਨ ਸਾਂਝੇ ਕਰਨ ਲੱਗਾ। ਉਸ ਵਕਤ ਭਾਈ ਡੱਲਾ ਵੀ ਪਿੱਛੇ ਹੋ ਜਾਂਦਾ ਹੈ। ਉਸ ਵਕਤ ਭਾਈ ਡੱਲੇ ਦੇ ਸਿਪਾਹੀ ਵੀ ਪਿੱਛੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਜੇ ਇੱਕ ਬੰਦੂਕ ਹੀ ਪਰਖਣੀ ਹੈ ਤੇ ਬੰਦੂਕ ਕਿਸੇ ਜਾਨਵਰ ਦੇ ਉੱਪਰ, ਕਿਸੇ ਪਸ਼ੂ ਦੇ ਉੱਪਰ ਵੀ ਪਰਖੀ ਜਾ ਸਕਦੀ ਏ। ਉਸੇ ਵਕਤ ਕੋਲ ਖੜੇ ਕੋਈ ਸਿੱਖ ਨੂੰ ਇਹ ਆਵਾਜ਼ ਮਾਰਦੇ ਨੇ, ਕਹਿਣ ਲੱਗੇ ਉਹ ਪਿੱਛੇ ਤੰਬੂ ਦੇ ਅੰਦਰ ਰਹਿਣ ਵਾਲੇ ਕੁਝ ਹੋਰ ਸਿੱਖ, ਜਿਨ੍ਹਾਂ ਅੰਦਰ ਭਾਈ ਧੀਰ ਸਿੰਘ, ਭਾਈ ਵੀਰ ਸਿੰਘ ਦਾ ਜ਼ਿਕਰ ਆਉਂਦਾ ਹੈ, ਉਹਨਾਂ ਨੂੰ ਕਹੋ ਕਿ ਜਲਦੀ ਤੋਂ ਜਲਦੀ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਜਾਏ, ਉਹਨਾਂ ਨੇ ਬੰਦੂਕ ਨੂੰ ਪਰਖਣਾ ਹੈ। ਤੇ ਸੁਣਦੇ ਸਾਰ ਉਹ ਦੋਨੋਂ ਉਸੇ ਵਕਤ ਸਤਿਗੁਰੂ ਦੀ ਆਵਾਜ਼ ਨੂੰ ਸੁਣਦਿਆਂ ਸਤਿਗੁਰੂ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ। ਸਤਿਗੁਰੂ ਬੰਦੂਕ ਪਰਖਣਾ ਚਾਹੁੰਦੇ ਨੇ ਤੇ ਉਸੇ ਵਕਤ ਉਹ ਸਾਹਮਣੇ ਖੜਿਆਂ ਕਰਕੇ ਸਤਿਗੁਰੂ ਨੇ ਫਾਇਰ ਜਿਹੜਾ ਉੱਪਰ ਨੂੰ ਕਰ ਦਿੱਤਾ, ਕਿਉਂਕਿ ਇਹ ਘਰ ਜਿਹੜਾ ਹੈ ਉਸ ਅਵਸਥਾ ਤੇ ਪਹੁੰਚਾ ਚੁੱਕਿਆ ਹੈ ਜਿਸ ਨੂੰ ਪਹਿਲੇ ਜਾਮੇ ਅੰਦਰ ਹੀ ਕਹਿ ਦਿੱਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਉਹ ਸਿੱਖ ਆਪਾ ਵਾਰਨ ਵਾਲੇ ਬਿਲਕੁਲ ਤਿਆਰ ਹੋ ਚੁੱਕੇ ਨੇ, ਬਿਲਕੁਲ ਵੀ ਪਿੱਛੇ ਨਹੀਂ ਖੜਦੇ। ਐਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਨ ਜਿਨ੍ਹਾਂ ਸੰਬੰਧੀ ਗੈਰ ਧਰਮ ਦੇ ਲੋਕ ਜਿਹੜੇ ਹਨ, ਹੋਰ ਧਰਮਾਂ ਦੇ ਲੋਕ, ਉਹਨਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬੜੀ ਸਿਫਤ ਕੀਤੀ। ਜਿੱਥੇ ਜੋਗੀ ਅੱਲਾ ਯਾਰ ਖਾਨ ਵਰਗਿਆਂ ਨੂੰ ਪੜ੍ਹਦੇ ਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਬੰਧੀ ਉਹ ਕਮਾਲ ਦੇ ਬਚਨ ਵਰਤਦੇ ਨੇ। ਕਹਿਣ ਲੱਗੇ ਅਜੇ ਮਨੁੱਖਤਾ ਨੂੰ ਸਮਝ ਹੀ ਕੋਈ ਨਹੀਂ, ਜਿਸ ਦਿਨ ਮਨੁੱਖਤਾ ਨੂੰ ਸਮਝ ਆ ਜਾਏਗੀ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਇਹ ਮਨੁੱਖਤਾ ਉਦੋਂ ਕਰੇਗੀ। ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਕੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਜਗਤ ਅੰਦਰ ਕੋਈ ਨਹੀਂ, ਉਹਨਾਂ ਨੂੰ ਹਰ ਇੱਕ ਨੇ ਸਮਝਿਆ ਨਹੀਂ ਤੇ ਨਾਲ ਉਹ ਅੱਗੇ ਜਾ ਕੇ ਕਸਮ ਪਾ ਦਿੰਦੇ ਨੇ। ਦੇਖੋ ਆਪਣੇ ਧਰਮ ਦਾ ਕੋਈ ਵਿਦਵਾਨ ਸਿਫਤ ਨਹੀਂ ਕਰ ਰਿਹਾ, ਦੂਸਰੇ ਧਰਮ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਫਤ ਕਰਦੇ ਹੋਏ ਇਹ ਬੋਲ ਕਹਿ ਰਹੇ ਨੇ ਕਿ ਕਰਤਾਰ ਕੀ ਸੁਗੰਧ ਹੈ, नानक की कसम है, जितनी भी तारीफ हो गोबिंद की वो कम है, हर चंद मेरे खात में पुरजोर कलम है, सतगुर के लिखूं वस्ब का ताबे रकम है, एक आँख से क्या बुलबुला कुल बैर को देखे, साहिल को मंझ धार को ਜਾਂ लहर को देखे। कि एक समुंदर दे अंदर रहन वाला बुलबुला ਜਿਹੜਾ है ਉਹ ਸਮੁੰਦਰ ਬਾਰੇ ਕੀ ਜਾਣ ਸਕਦਾ ਹੈ। ਧਰਤੀ ਦੇ ਉੱਪਰ ਪੈਦਾ ਹੋਇਆ ਮਨੁੱਖ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਕੀ ਬਿਆਨ ਕਰ ਸਕਦਾ ਹੈ। ਜਿਸ ਵਕਤ ਇੱਕ ਹੋਰ ਵਿਦਵਾਨ ਬੁੱਲੇ ਸ਼ਾਹ ਨੂੰ ਪੜ੍ਹਿਆ ਤੇ ਉਹ ਕਹਿਣ ਲੱਗੇ ਨਾ ਕਹੂੰ ਜਬ ਕੀ, ना कहो तब की, बात कहूँ मैं अब की, अगर ना होते गुरु गोबिंद सिंह तो सुन्नत होती सब की। जिस वक्त कवि संतोख सिंह ਨੂੰ ਪੜ੍ਹਿਆ ਤੇ ਉਹ ਕਹਿਣ ਲੱਗੇ ਛਾਏ ਜਾਤੀ ਏਕਤਾ। ਦੇਖੋ ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵਡਿਆਈ ਵੱਖ ਵੱਖ ਵਿਦਵਾਨ ਕਰਦੇ ਆ ਰਹੇ ਨੇ, ਕੁਝ ਆਪਣੇ ਕੁਝ ਦੂਸਰੇ ਧਰਮਾਂ ਦੇ। ਕਵੀ ਸੰਤੋਖ ਸਿੰਘ ਕਹਿਣ ਲੱਗੇ ਛਾਏ ਜਾਤੀ ਏਕਤਾ, अनेकता बिलाए जाती, होवती कुचीलता कतेबन कुरान की, पाप ही परपक जाते, धर्म दस्क जाते, वर्ण गर्क जाते, सैत विधान की, देवी देव देहरे संतोख सिंह दूर होते, रीत मिट जाती सब वेदन पुराण की, श्री गुरु गोबिंद सिंह पावन मूरत, जो पै होती न करुणा निधान की। जे गुरु गोबिंद सिंह पातशाह ना ਹੁੰਦੇ ਤੇ ਜਗਤ ਦੇ ਲੋਕਾਂ ਦਾ ਪਤਾ ਨਹੀਂ ਕੀ ਬਣਨਾ ਸੀ। ਉਸ ਤੋਂ ਬਾਅਦ ਫਿਰ ਜਦੋਂ ਹੋਰ ਵਿਦਵਾਨਾਂ ਨੂੰ ਆਪਾਂ ਪੜ੍ਹਦੇ ਹਾਂ, ਇਸ ਘਰ ਦੇ ਅੰਦਰ ਆਏ ਹੋਏ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਅੰਦਰ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਨੂੰ ਛੱਡ ਕੇ ਆ ਜਾਂਦੇ ਨੇ ਤੇ ਆਉਂਦਿਆਂ ਸਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇੰਨੀ ਸਿਫਤ ਕਰਦੇ ਨੇ। ਕਹਿਣ ਲੱਗੇ ਸਤਿਗੁਰੂ ਜੀ ਜਿਸ ਵਕਤ ਤੇਰੇ ਮੁਖੜੇ ਨੂੰ ਦੇਖ ਰਹੇ ਹਾਂ, ਤੇਰਾ ਮੁਖੜਾ ਜਿਹੜਾ ਹੈ ਪਰੀਆਂ ਵਰਗਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਮੈਂ ਤੇਰੇ ਇੱਕ ਇੱਕ ਕੇਸ ਨੂੰ ਦੇਖਦਾ ਹਾਂ ਤੇ ਤੇਰੇ ਇੱਕ ਇਸ ਕੇਸ ਤੋਂ ਮਾਨੋ ਦੋਨੋਂ ਜਖਾਨ ਜਿਹੜੇ ਹਨ ਉਹ ਵਾਰੇ ਜਾ ਸਕਦੇ ਨੇ।
ਕਹਿਣ ਲੱਗੇ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰਮਾ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੀ ਪੂਰਨ ਤੌਰ ਤੇ ਸਿਫਤ ਬਿਆਨ ਨਹੀਂ ਹੋ ਸਕਦੀ। ਉਸ ਤੋਂ ਬਾਅਦ ਦੁਸ਼ਮਣਾਂ ਨੇ ਵੀ ਉਸਤਤ ਕਰ ਦਿੱਤੀ। ਜਿਸ ਵਕਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਅੰਦਰ 18ਵੀਂ ਸਦੀ ਦਾ ਹੀ ਖੈਰ ਇਹ ਸਮਾਂ ਹੈ, ਜਿਸ ਵਕਤ ਜ਼ਕਰੀਆ ਖਾਨ ਦੇ ਕੋਲ ਨਾਦਰ ਸ਼ਾਹ ਲਾਹੌਰ ਦੀ ਧਰਤੀ ਤੇ ਬੈਠਾ ਹੈ ਤੇ ਆਪਸ ਅੰਦਰ ਗੱਲਬਾਤ ਸਾਂਝੀ ਹੋ ਰਹੀ ਹੈ ਕਿ ਇਸ ਭਾਰਤ ਦੇ ਵਿੱਚੋਂ ਬਹੁਤ ਕੁਝ ਆਪਾਂ ਲੁੱਟ ਕੇ ਲੈ ਕੇ ਜਾਂਦੇ ਆ। ਇਸ ਭਾਰਤ ਦੇ ਵਿੱਚੋਂ ਕੋਈ ਨਹੀਂ ਬੋਲਦਾ, ਕੋਈ ਵੀ ਸਾਹਮਣਾ ਨਹੀਂ ਕਰਦਾ, ਕਿਉਂਕਿ ਇਥੋਂ ਦੇ ਲੋਕਾਂ ਦੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਅਣਖ ਗੈਰਤ ਜਿਹੜੀ ਹੈ ਉਹ ਮਰ ਚੁੱਕੀ ਸੀ। ਜੇ ਜੈਪੁਰ ਦਾ ਇਲਾਕਾ ਉਸ ਸੰਬੰਧੀ ਇਤਿਹਾਸ ਪੜ੍ਹਨੇ ਆ ਤੇ ਉਥੋਂ ਦਾ ਰਾਜਾ ਰਾਮ ਸਿੰਘ ਵਾਲੀਆ, ਜਿਸ ਨੇ ਆਪਣੀ ਭੈਣ ਦਾ ਡੋਲਾ ਅਕਬਰ ਬਾਦਸ਼ਾਹ ਨੂੰ ਦੇ ਕੇ ਇਸ ਆਪਣੇ ਇਲਾਕੇ ਦਾ ਰਾਜ ਬਚਾਇਆ ਸੀ। ਕਹਿਣ ਲੱਗਾ ਮੇਰੀ ਭੈਣ ਦਾ ਡੋਲਾ ਲੈ ਜਾ, ਪਰ ਇਸ ਇਲਾਕੇ ਅੰਦਰ ਚੜ੍ਹਾਈ ਨਾ ਕਰੀ। ਤੇ ਉਸੇ ਹੀ ਭੈਣ ਦੇ ਵਿੱਚੋਂ ਸਲੀਮ ਅੱਗੇ ਜਾਖੀਰ ਜਾ ਕੇ ਪੈਦਾ ਹੁੰਦਾ ਹੈ। ਖੈਰ ਉਸ ਨੇ ਆਪਣੀ ਭੈਣ ਦਾ ਦੇ ਕੇ ਡੋਲਾ ਇਸ ਇਲਾਕੇ ਦਾ ਰਾਜ ਬਚਾ ਲਿਆ। ਜਿੱਥੇ ਰਾਜੇ ਹੀ ਲੋਕ ਗਿਰ ਜਾਣ, ਜਿੱਥੇ ਰਾਜੇ ਲੋਕ ਹੀ ਇਹ ਕੰਮ ਕਰ ਜਾਣ, ਉਹੀ ਅੱਗੇ ਝੁਕ ਜਾਣ, ਤੇ ਫਿਰ ਆਮ ਜਨਤਾ ਦੇ ਅੰਦਰ ਕੋਈ ਤਾਕਤ ਨਹੀਂ ਕਿ ਚੜੇ ਹੋਏ ਹਮਲਾਵਰਾਂ ਦਾ ਉਹ ਸਾਹਮਣਾ ਕਰ ਸਕਣ, ਔਰ ਨਾ ਹੀ ਸਾਹਮਣਾ ਹੋ ਸਕਿਆ ਹੈ। ਐਵੇਂ ਨਹੀਂ, ਗੁਰੂ ਨਾਨਕ ਸਾਹਿਬ ਨੇ ਇਹ ਬੋਲ ਕਹੇ ਕਿ ਇਹ ਲੋਕ ਕਹਿੰਦੇ ਸਨ ਕਿ ਜਿਸ ਵਕਤ ਹਮਲਾਵਰ ਚੜ੍ਹ ਕੇ ਆਉਣਗੇ ਉਸ ਵਕਤ ਅਸੀਂ ਮੰਤਰ ਪੜਾਂਗੇ ਤੇ ਚੜੇ ਹੋਏ ਸਿਪਾਹੀ ਜਿਹੜੇ ਹਨ ਉਹ ਅੰਨੇ ਹੋ ਜਾਣਗੇ। ਪਰ ਉਹਨਾਂ ਵਿੱਚੋਂ ਇੱਕ ਵੀ ਇਸ ਤਰ੍ਹਾਂ ਦਾ ਭਾਣਾ ਨਹੀਂ ਵਾਪਰਦਾ। ਬਾਬਰ ਬਾਣੀ ਦੇ ਅੰਦਰ ਇਹ ਬੋਲ ਸਾਂਝੇ ਕੀਤੇ, ਕਹਿਣ ਲੱਗੇ ਕੋਟੀ ਹੋਂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਬਕ ਤਾਨ ਚਲਾਈ, ਇੰਨੀ ਹਸਤ ਚੜਾਈ। ਉਹ ਆ ਕੇ ਐਮਨਾਬਾਦ ਦੇ ਮੈਦਾਨ ਅੰਦਰ ਗੋਲੀਆਂ ਵਰਾ ਰਹੇ ਨੇ ਤੇ ਹਿੰਦੁਸਤਾਨੀ ਜਿਹੜੇ ਸਨ ਇਹ ਅੱਗੋਂ ਦੰਦ ਕੱਢ ਕੱਢ ਦਿਖਾਈ ਜਾਂਦੇ ਨੇ, ਜਾਂ ਇਹਨਾਂ ਦੇ ਆਗੂ ਕਹਿੰਦੇ ਨੇ ਮੰਤਰ ਪੜਾਂਗੇ ਤੇ ਇਹ ਅੰਨੇ ਹੋ ਜਾਣਗੇ। ਪਰ ਕੋਈ ਮੁਗਲ ਨਾ ਹੋਆ ਅੰਨਾ, ਕੋਈ ਕੁਝ ਨਾ ਹੋਇਆ। ਭਾਰਤੀਆਂ ਦੀ ਅਣਖ ਗੈਰਤ ਬਿਲਕੁਲ ਮਰ ਚੁੱਕੀ ਸੀ। ਮੈਂ ਜ਼ਿਕਰ ਕਰਨ ਲੱਗਾ ਸਾਂ, ਦੁਸ਼ਮਣ ਵੀ ਲਾਹੌਰ ਦੀ ਧਰਤੀ ਤੇ ਬੈਠੇ ਸਤਿਗੁਰੂ ਦੀ ਉਸਤਤ ਕਰ ਗਏ। ਜਿਸ ਵਕਤ ਉਹ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਇਕੱਠੇ ਬੈਠੇ ਹੋਏ ਨੇ ਕਿ ਭਾਰਤ ਵਿੱਚੋਂ ਇਥੋਂ ਦੀ ਆਬਰੂ ਇੱਜ਼ਤ, ਇਥੋਂ ਦਾ ਧਨ ਮਾਲ, ਸੋਨੇ ਦੀ ਚਿੜੀਆ ਅਖਵਾਉਣ ਵਾਲੇ ਇਸ ਦੇਸ਼ ਨੂੰ ਲੁੱਟ ਕੇ ਜਿਸ ਵਕਤ ਪੰਜਾਬ ਦੇ ਵਿੱਚੋਂ ਨਿਕਲ ਲੱਗਦੇ ਆ ਤੇ ਇਹ ਸਾਰਾ ਕੁਝ ਖੋਹ ਲੈਂਦੇ ਨੇ। ਇਹ ਕੌਣ ਹਨ? ਉਸ ਵਕਤ ਬੋਲ ਸਾਂਝੇ ਕੀਤੇ ਗਏ ਕਿ ਇਹ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਨੇ, ਇਹਨਾਂ ਦਾ ਸਾਹਮਣਾ ਸਾਡੇ ਤੋਂ ਕੋਈ ਨਹੀਂ ਹੋਣਾ। ਤੇ ਉਸ ਵਕਤ ਮਾਨੋ ਜ਼ਕਰੀਆ ਖਾਨ ਇਹ ਗੱਲ ਕਹਿ ਗਿਆ ਕਿ ਆਉਣ ਵਾਲੇ ਸਮੇਂ ਅੰਦਰ ਮੈਨੂੰ ਇਹਨਾਂ ਤੋਂ ਰਾਜ ਦੀ ਬਦਬੂ ਆ ਰਹੀ ਏ ਕਿ ਆਉਣ ਵਾਲੇ ਸਮੇਂ ਅੰਦਰ ਇਹ ਦੇਸ਼ ਦੇ ਕਿਤੇ ਬਾਦਸ਼ਾਹ ਨਾ ਬਣ ਜਾਣ। ਦੁਸ਼ਮਣ ਨੇ ਜਿਹੜੀ ਉਸਤਤ ਕੀਤੀ, ਜੋਗੀ ਉੱਥੇ ਗਿਆਨੀ ਗਿਆਨ ਸਿੰਘ ਜੀ ਨੇ ਇਹ ਬੋਲ ਸਾਂਝੇ ਕੀਤੇ, ਕਹਿਣ ਲੱਗੇ ਮੁਰਸ਼ਦ ਇਨਕਾ ਵਲੀ भयो है, इनको आपे हयात दयो है, ऐसी गयो कलाम बतय है, जिससे सुदा त्यार कर ले हैं, सोए पिलाए लोगन के ताई, सियारण ते सिंह लेत बनाई, अवर सबन को जीव तरासी, मानत आप तबे अबनासी। ਇਹ ਸਾਰਿਆਂ ਨੂੰ ਖਤਮ ਕਰ ਸਕਦੇ ਨੇ, ਪਰ ਆਪਣੇ ਆਪ ਨੂੰ ਇਹ ਅਬਿਨਾਸੀ ਮੰਨਦੇ ਨੇ। ਦੁਸ਼ਮਣ ਉਸਤਤ ਕਰ ਰਿਹਾ ਹੈ ਇਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਇਹਨਾਂ ਨੂੰ ਐਸੀ ਖੰਡੇ ਬਾਟੇ ਕੀ ਪੌਲ ਦੇ ਗਿਆ ਹੈ, ਇਹ ਕੋਈ ਪਰਵਾਹ ਨਹੀਂ ਕਰਦੇ। ਇਹ ਬਾਬਾ ਦੀਪ ਸਿੰਘ ਵਰਗੇ ਮਹਾਨ ਕਾਰਨਾਮੇ ਕਰ ਜਾਂਦੇ ਨੇ, ਭਾਈ ਸਾਹਿਬ ਭਾਈ ਤਾਰੂ ਸਿੰਘ ਵਰਗੇ ਖੋਪੜੀ ਉਤਰਵਾ ਕੇ ਵੀ ਕੁਝ ਦਿਨ ਜਿੰਦਾ ਰਹਿ ਸਕਦੇ ਨੇ, ਭਾਈ ਸਾਹਿਬ ਭਾਈ ਮਣੀ ਸਿੰਘ
ਬੰਦ ਬੰਦ ਕਟਵਾਉਂਦਿਆਂ ਇਹ ਕਹਿ ਦਿੰਦੇ ਨੇ ਗੁੱਟ ਉੱਪਰ ਵਾਰ ਨਹੀਂ, ਇੱਕ ਇੱਕ ਬੰਦ ਮੇਰਾ ਕੱਟ ਦੇ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਿੱਤੀ ਕੋਈ ਤਾਕਤ ਹੈ, ਇਹ ਸਤਿਗੁਰੂ ਦੇ ਘਰ ਦੀ ਵਡਿਆਈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਮੈਂ ਤਾਂ ਕਈ ਵਾਰ ਜ਼ਿਕਰ ਕਰਨਾ ਕਿ ਕੱਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸਤਤ ਨਹੀਂ, ਇਹ ਤੇ ਰਹਿਮਤਾਂ ਉਸ ਦਿਨ ਤੋਂ ਹੀ ਹੋ ਗਈਆਂ, ਕਿਉਂਕਿ 10 ਜਾਮੇ ਗੁਰੂ ਨਾਨਕ ਸਾਹਿਬ ਨੇ ਧਾਰੇ ਨੇ ਤੇ ਵੱਖ-ਵੱਖ ਕਿਸੇ ਅੰਦਰ ਹੁਕਮ ਮੰਨਣ ਦੀ ਗੱਲ ਆਈ, ਕਿਸੇ ਅੰਦਰ ਸੇਵਾਵਾਂ ਕਰਨ ਦੀ ਇਸ ਘਰ ਅੰਦਰ ਗੱਲ ਆਈ। ਕਦੀ ਕੋਈ ਸੇਵਾ ਕੀਤੀ ਗਈ, ਕਦੀ ਇਸ ਘਰ ਵਿੱਚੋਂ 10 ਜਾਮਿਆਂ ਰਾਹੀਂ ਕੋਈ ਸੇਵਾ ਕੀਤੀ ਗਈ। ਕਦੀ ਐਸਾ ਸਮਾਂ ਸੀ ਕਿ ਇਹ ਧਰਤੀ ਦੇ ਲੋਕ, ਖਾਸ ਕਰਕੇ ਭਾਰਤੀ, ਇਹ ਪੁਕਾਰ ਰਹੇ ਸਨ ਕਿ ਕੋਈ ਐਸਾ ਸਾਡੇ ਸਾਹਮਣੇ ਵੀ ਆਗੂ ਭੇਜ ਦੇ ਜਿਹੜਾ ਇਹਨਾਂ ਦੁਸ਼ਮਣਾਂ ਦਾ ਸਾਹਮਣਾ ਕਰ ਸਕੇ। ਗੁਰੂ ਨਾਨਕ ਸਾਹਿਬ ਜਗਤ ਅੰਦਰ ਆਉਂਦੇ ਨੇ। ਭਾਈ ਗੁਰਦਾਸ ਜੀ ਨੇ ਬੋਲ ਸਾਂਝੇ ਕੀਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ। ਆ ਪੁਕਾਰ ਸੁਣੀ ਗਈ ਕਿ ਵਾਰ-ਵਾਰ ਇੱਥੇ ਕਮਲਾਵਰ ਚੜ੍ਹ ਕੇ ਆਉਂਦੇ ਹਨ। ਇਹਨਾਂ ਕਮਲਾਵਰਾਂ ਨੂੰ ਸਬਕ ਸਿਖਾਉਣ ਵਾਲਾ ਕੋਈ ਆ ਜਾਏ। ਸਾਡੇ ਵਿੱਚ ਤਾਕਤ ਨਹੀਂ ਕਿ ਇਹਨਾਂ ਦਾ ਸਾਹਮਣਾ ਕਰ ਸਕੀਏ। ਲਾਲਾ ਦੌਲਤ ਰਾਏ ਵਰਗੇ ਕਹਿੰਦੇ ਹਨ ਕਿ ਭਾਰਤੀ ਦੀਵਾ ਜਿਹੜਾ ਮਾਨੋ ਟਿਮਟਮਾ ਰਿਹਾ ਸੀ, ਜਿਵੇਂ ਕਿਤੇ ਦੀਵੇ ਅੰਦਰ ਤੇਲ ਮੁੱਕ ਜਾਏ, ਥੋੜਾ ਰਹਿ ਜਾਏ ਤੇ ਉਸ ਦੀ ਬੱਤੀ ਜਿਹੜੀ ਹੈ ਉਹ ਟਿਮਟਮਾਉਣ ਲੱਗ ਜਾਂਦੀ ਏ, ਬੁਝਣਾ ਸ਼ੁਰੂ ਹੋ ਜਾਂਦੀ ਏ। ਇਹੀ ਹਾਲਤ ਭਾਰਤੀ ਲੋਕਾਂ ਦੀ ਬਣੀ ਹੋਈ ਸੀ। ਗੁਰੂ ਨਾਨਕ ਸਾਹਿਬ ਦਾ ਘਰ ਇਸ ਜਗਤ ਅੰਦਰ ਆਉਂਦਾ ਹੈ ਤੇ ਫਿਰ ਇਸ ਘਰ ਦੇ ਅੰਦਰ ਦੇਖੋ, ਮੈਂ ਹੁਣੇ ਜ਼ਿਕਰ ਕੀਤਾ ਕਿ ਪਹਿਲੇ ਜਾਮੇ ਅੰਦਰ ਸ਼ਸਤਰ ਨਹੀਂ ਚੁੱਕਿਆ, ਤਲਵਾਰ ਨਹੀਂ ਚੁੱਕੀ, ਪਰ ਇਹ ਬੋਲ ਤੇ ਸਾਂਝੇ ਕਰ ਰਹੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਪਹਿਲੇ ਜਾਮੇ ਅੰਦਰ ਹੀ ਸਤਿਗੁਰੂ ਸ਼ਸਤਰ ਚੁੱਕ ਲੈਂਦੇ ਤੇ ਇਹਨਾਂ ਲੋਕਾਂ ਨੇ ਕਹਿਣਾ ਸੀ ਕਿ ਜ਼ਾਲਮ ਹਮਲਾਵਰ ਤੇ ਪਹਿਲਾਂ ਹੀ ਬੜੇ। ਇਹ ਇੱਕ ਹੋਰ ਇਸ ਧਰਤੀ ਤੇ ਪੈਦਾ ਹੋ ਗਿਆ। ਸਤਿਗੁਰਾਂ ਨੇ ਥਾਂ ਥਾਂ ਤੇ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਜਿੱਥੇ ਵੀ ਜਗਤ ਦੇ ਅੰਦਰ ਗਏ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮੈਂ ਤੇ ਮਨੁੱਖਤਾ ਦੇ ਭਲੇ ਵਾਸਤੇ ਨਿਕਲਿਆ, ਪਰ ਸਾਰਿਆਂ ਮਾਣ ਸਨਮਾਨ ਨਹੀਂ ਦਿੱਤਾ। ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਅਜੇ ਤੇ ਸ਼ਸਤਰ ਨਹੀਂ ਚੁੱਕਿਆ ਤੇ ਪਹਿਲੇ ਜਾਮੇ ਅੰਦਰੀਏ ਲੋਕ ਭੂਤਨਾ ਬੇਤਾਲਾ ਕਹਿ ਰਹੇ ਨੇ। ਜੇ ਗੁਰੂ ਨਾਨਕ ਸਾਹਿਬ ਸ਼ਸਤਰ ਚੁੱਕ ਲੈਂਦੇ ਤੇ ਇਹਨਾਂ ਲੋਕਾਂ ਪਤਾ ਨਹੀਂ ਕੀ ਕਹਿਣਾ ਸੀ। ਇਸ ਕਰਕੇ 5 ਜਾਮਿਆਂ ਅੰਦਰ ਬੜਾ ਪਿਆਰ ਨਾਲ, ਬੜਾ ਸਬਰ ਦੇ ਨਾਲ ਕੰਮ ਲਿਆ, ਪਰ ਜਦੋਂ ਇਹ ਲੋਕ ਨਾ ਸਮਝੇ ਤਾਂ ਜਾ ਕੇ ਇਸ ਘਰ ਨੇ ਸ਼ਸਤਰ ਚੁੱਕਿਆ। ਔਰ ਨਾ ਇਹ ਘਰ ਕਹਿੰਦਾ ਹੈ ਕਿ ਆਉਂਦਿਆਂ ਸਾਰ ਤੁਸੀਂ ਸ਼ਸਤਰ ਚੁੱਕ ਕੇ ਕਿਸੇ ਦੇ ਨਾਲ ਵਾਦ ਕਰ ਦਿਓ, ਨਹੀਂ, ਪਹਿਲਾਂ ਪਿਆਰ ਦੇ ਨਾਲ ਸਮਝਾਇਆ ਜਾਏ। ਜਦੋਂ ਕੋਈ ਨਹੀਂ ਸਮਝਦਾ ਫਿਰ ਤਲਵਾਰ ਦੇ ਮੁੱਠੇ ਤੇ ਖੱਤ ਚਲਾ ਜਾਣਾ ਜਾਇਜ਼ ਹੈ। ਸਤਿਗੁਰੂ ਕਹਿਣ ਲੱਗੇ ਚੂੰਕਾਰ ਅੱਜ ਖਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਪਹਿਲਾਂ ਇਸ ਘਰ ਅੰਦਰ ਕਿਸੇ ਨੂੰ ਨਹੀਂ ਡਰਾਇਆ ਜਾਂਦਾ, ਪਰ ਜੇ ਕੋਈ ਧੱਕਾ ਜੋਰੀ ਕਰੇਗਾ ਤੇ ਨਹੀਂ ਬਖਸ਼ਿਆ ਜਾਂਦਾ। ਅੱਜ ਵੀ ਇਸੇ ਤਰ੍ਹਾਂ ਕੌਮ ਦੇ ਅੰਦਰ ਇਹ ਸੂਰਮੇ ਪੈਦਾ ਹੋ ਰਹੇ ਨੇ। ਜੇ ਸਮੇਂ ਦੀ ਸਰਕਾਰ ਧੱਕਾ ਕਰੇਗੀ ਤੇ ਫਿਰ ਐਸੇ ਸੂਰਮੇ ਜਿਹੜੇ ਹਨ ਉਹ ਸਮੇਂ ਫਿਰ ਇਹਨਾਂ ਜ਼ਾਲਮਾਂ ਨੂੰ ਸਬਕ ਸਿਖਾਉਂਦੇ ਰਹਿਣਗੇ। ਸਤਿਗੁਰੂ ਦੇ ਘਰ ਨੇ ਜੋ ਮੈਂ ਹੁਣੇ ਜ਼ਿਕਰ ਕੀਤਾ ਹੈ ਕਿ ਜ਼ਰ ਜ਼ੋਰੂ ਅਤੇ ਜ਼ਮੀਨ ਵਾਸਤੇ ਸ਼ਸਤਰ ਨਹੀਂ ਚੁੱਕਿਆ, ਇੱਥੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਸ਼ਸਤਰ ਚੁੱਕਿਆ। ਔਰ ਮਜ਼ਲੂਮਾਂ ਵਾਸਤੇ ਥਾਂ ਥਾਂ ਤੇ ਸਤਿਗੁਰੂ ਲੜਦੇ ਨੇ। ਕਦੀ 6ਵੇਂ ਜਾਮੇ ਅੰਦਰ 4 ਜੰਗ ਹੋਏ, 10ਵੇਂ ਜਾਮੇ ਅੰਦਰ 14 ਜੰਗ ਹੋਏ, ਔਰ ਹਰ ਜੰਗ ਦੇ ਅੰਦਰ ਸਤਿਗੁਰੂ ਦੇ ਘਰ ਦੀ ਫਤਿਹ ਹੁੰਦੀ ਰਹੀ, ਕਿਉਂਕਿ ਸਤਿਗੁਰੂ ਕਹਿੰਦੇ ਹਨ ਕਿ ਇਹ ਫਤਿਹ ਮੇਰੀ ਨਹੀਂ, ਫਤਿਹ ਅਕਾਲ ਪੁਰਖ ਦੀ ਹੈ, ਕਿਉਂਕਿ ਭੇਜਿਆ ਜਗਤ ਦੇ ਅੰਦਰ ਤੂੰ ਹੈ। ਜਦੋਂ ਬਚਨ ਪੜ੍ਹਦੇ ਆ, ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਕਿ ਹੇ ਮੇਰੇ ਮਾਲਕ ਤੂੰ ਭੇਜਿਆ। ਜੋ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ, ਜਿਸ ਨੂੰ ਕਹਿਣ ਲੱਗੇ ਮਾਰਿਆ ਸਿੱਕਾ ਜਗਤ ਵਿੱਚ,
ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਜਿਸ ਦੇ ਅੰਦਰ ਕੋਈ ਵੀ ਸ਼ਾਮਲ ਹੋ ਸਕਦਾ ਹੈ। ਜਦੋਂ ਗੁਰੂ ਕੀ ਮਰਿਆਦਾ ਅੰਦਰ ਆ ਕੇ ਇਸ ਘਰ ਵਿੱਚੋਂ ਕੋਈ ਵੀ ਖੰਡੇ ਬਾਟੇ ਕੀ ਪੌਲ ਲੈ ਸਕਦਾ ਹੈ। ਕੋਈ ਵੀ ਇਸ ਘਰ ਦੇ ਸਿਧਾਂਤ ਨੂੰ, ਗੁਰੂ ਕੀ ਵਿਚਾਰ ਨੂੰ ਪੜ੍ਹ ਸਕਦਾ ਹੈ। ਇੱਥੇ ਕਿਸੇ ਨੂੰ ਮਨਾਈ ਕੋਈ ਨਹੀਂ। ਇਹ ਘਰ ਕਹਿੰਦਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਸਾਰਿਆਂ ਨੂੰ ਇੱਕੋ ਜਿਹਾ ਮਾਨ ਸਨਮਾਨ ਮਿਲਦਾ ਹੈ। ਬਸ ਪਹਿਲਾਂ ਆਪਾ ਭਾਵ ਖਤਮ ਕਰਕੇ ਆ ਜਾਓ। ਜੇ ਕੋਈ ਆਪਾ ਭਾਵ ਇੱਥੇ ਜਿਤਾਏਗਾ ਤੇ ਇਸ ਘਰ ਦੇ ਅੰਦਰ ਪੈਦਾ ਹੋਏ ਸਾਹਿਬਜ਼ਾਦੇ ਜਿਹੜੇ ਹਨ ਉਹਨਾਂ ਨੂੰ ਵੀ ਥਾਂ ਕੋਈ ਨਹੀਂ ਮਿਲਦਾ। ਭਾਈ ਗੁਰਦਾਸ ਦੇ ਬੋਲ ਪੜ੍ਹਦੇ ਆ, ਕਹਿਣ ਲੱਗੇ ਬਾਲ ਜਤੀ ਹੈ ਸ੍ਰੀ ਚੰਦ, ਬਾ ਬਾਣਾ ਦੇਹਰਾ ਬਣਾਇਆ, ਲਖਮੀ ਦਾਸੋਂ ਧਰਮ ਚੰਦ, ਪੋਤਾ ਹੋਏ ਕੇ ਆਪ ਗਣਾਇਆ, ਮੰਜੀ ਦਾਸ ਬਹਾਲਿਆ, ਦਾਤਾ ਸਿਧਾਸਣ ਸਿੱਖ ਆਇਆ, ਮੋਹਣ ਕਮਲਾ ਹੋਇਆ, ਚੌਬਾਰਾ ਮੋਰੀ ਮਨਾਇਆ, ਮੀਣਾ ਹੋਆ ਪ੍ਰਿਥਿਆ, ਕਰ ਕਰ ਟੇਡਕ ਬਰਲ ਚਲਾਇਆ, ਮਹਾਦੇਵ ਅਮੇਓ ਕਰ ਕਰ ਬੇਮੁਕੁੱਤਾ ਭੌਂਕਾਇਆ, ਚੰਦਨ ਵਾਸ ਨ ਵਾਸ ਬਖਾਇਆ। ਆਪਣੇ ਸਾਹਿਬਜ਼ਾਦੇ ਜੇ ਆਪਾਂ ਖਤਮ ਨਹੀਂ ਕਰਦੇ ਤੇ ਇਸ ਘਰ ਅੰਦਰ ਕੋਈ ਥਾਂ ਨਹੀਂ। ਇਹ ਕੋਈ ਖੂਨ ਦੇ ਰਿਸ਼ਤੇ ਨੂੰ ਪਹਿਲ ਨਹੀਂ ਦਿੰਦਾ। ਇਹ ਤੇ ਜਿਸ ਨੇ ਗੁਰਮਤਿ ਕਮਾ ਲਈ ਸੋ ਸਿੱਖ ਸਖਾ ਬੰਦ ਬਖੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਾ ਖਤਮ ਕਰਕੇ ਆਉਂਦਾ ਬਾਬਾ ਲਹਿਣਾ ਜੀ, ਉਹ ਇਸ ਘਰ ਅੰਦਰ ਪ੍ਰਵਾਨ ਹੋ ਜਾਂਦਾ ਹੈ। ਬਾਬਾ ਅਮਰਦਾਸ ਕੋਈ ਰਿਸ਼ਤੇਦਾਰੀ ਨਹੀਂ ਦੂਰ ਦੀ ਹੋਏਗੀ, ਪਰ ਕੋਈ ਨੇੜੇ ਦੀ ਰਿਸ਼ਤੇਦਾਰੀ ਨਹੀਂ। ਆਪਾ ਖਤਮ ਕਰਦੇ ਨੇ, ਆਪਾ ਨਿਭਾ ਜਾਂਦੇ ਨੇ। ਇਹ ਘਰ ਫਿਰ ਗਲੇ ਲਾ ਲੈਂਦਾ ਹੈ ਤੇ ਆਪਣਾ ਹੀ ਰੂਪ ਬਣਾ ਲੈਂਦਾ ਹੈ। ਇਸ ਘਰ ਦੀ ਮਰਿਆਦਾ ਨੂੰ, ਸਿਧਾਂਤ ਨੂੰ ਜਦੋਂ ਪੜਾਂਗੇ ਫਿਰ ਸਮਝ ਲੱਗੇਗੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਸਤਰ ਕਿਉਂ ਚੁੱਕਣੇ ਪੈ ਗਏ। ਇੱਥੇ ਮਹਾਤਮਾ ਗਾਂਧੀ ਵਰਗਿਆਂ ਵੀ ਤਰ੍ਹਾਂ ਤਰ੍ਹਾਂ ਦੇ ਬੋਲ ਕੁਝ ਬੋਲ ਦਿੱਤੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭੁੱਲੜ ਰਹਿਬਰ ਹੈ। ਇਹ ਉਹਨਾਂ ਦੀ ਸੋਚ ਹੋਏਗੀ, ਪਰ ਜੇ ਕਿਤੇ ਸਤਿਗੁਰੂ ਦੀ ਵਿਚਾਰਧਾਰਾ ਨੂੰ ਸਮਝ ਲੈਂਦੇ ਤੇ ਕਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਦੇ। ਪਹਿਲਾਂ ਜ਼ਾਲਮ ਚੜ ਕੇ ਆਉਂਦਾ ਹੈ, ਜੋਗੀ ਅੱਲਾ ਯਾਰ ਕਹਿਣ ਲਗੇ ਬੇਵਜ੍ਹਾ ਖਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ, उससे लड़ेंगे लड़ने की जिसको उमंग हो। ਪਹਿਲਾਂ ਇਹ ਘਰ ਕਿਸੇ ਨਾਲ ਧੱਕਾ ਨਹੀਂ ਕਰਦਾ, ਪਰ ਜੇ ਕੋਈ ਚੜ ਕੇ ਆਏਗਾ ਫਿਰ ਉਹਨਾਂ ਨੂੰ ਸਬਕ ਸਿਖਾਉਣਾ ਪੈਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿਧਾਂਤ, ਉਹਨਾਂ ਦੀ ਵਿਚਾਰ, ਸਤਿਗੁਰੂ ਦੀ ਬਾਣੀ ਨੂੰ ਜਦੋਂ ਪੜਾਂਗੇ ਫਿਰ ਪਤਾ ਲੱਗਦਾ ਹੈ ਕਿ ਸ਼ਸਤਰ ਕਿਉਂ ਚੁੱਕਣਾ ਪੈ ਗਿਆ। ਸ਼ਸਤਰ ਸਤਿਗੁਰੂ ਦਾ ਘਰ ਚੁੱਕਣਾ ਨਹੀਂ ਸੀ ਚਾਹੁੰਦਾ, ਪਰ ਜਿਸ ਵਕਤ ਭਾਰਤੀਆਂ ਦੇ ਨਾਲ ਧੱਕਾ ਜੋਰੀ ਹੋਈ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨਾਂ ਸੂਰਮਿਆਂ ਦੇ ਨਾਲ ਮਿਲ ਕੇ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਹਨ। ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਮੇਰੇ ਅੰਦਰ ਇਹ ਤਾਕਤ ਤੇ ਮੈਂ ਸਾਰਾ ਕੁਝ ਜਿੱਤ ਗਿਆ। ਕਹਿਣ ਲੱਗੇ ਆ ਸੂਰਮੇ ਨਾਲ ਤੁਰੇ ਨੇ, ਇਨਹੀ ਕੀ ਕਿਰਪਾ ਕੇ ਸਜੇ ਕੰਮ ਹੈ, ਨਹੀਂ ਮੁਸ ਗਰੀਬ ਕਰੋੜ ਪਰੇ। ਇਹ ਨਾਲ ਨਾ ਤੁਰਦੇ ਭਾਰਤੀ ਤੇ ਪਤਾ ਨਹੀਂ ਕੀ ਬਣਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਨੇ ਇੰਨੀ ਵੱਡੀ ਬਖਸ਼ਿਸ਼ ਰਹਿਮਤ ਕਰ ਦਿੱਤੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇਹ ਘਰ ਗਰੀਬ ਨਿਵਾਜ ਹੈ ਤੇ ਗਰੀਬਾਂ ਦੇ ਨਾਲ ਹੀ ਤੁਰਿਆ। ਜਿਹੜਾ ਆਪਾ ਖਤਮ ਕਰੇਗਾ ਇਸ ਘਰ ਦੇ ਵਿੱਚ ਮਾਨ ਸਨਮਾਨ ਪਾ ਜਾਏਗਾ। ਜਨਮ ਜਿਹੜਾ ਹੈ ਇਹ ਮਨੁੱਖਾ ਬਤੀਤ ਹੁੰਦਾ ਜਾ ਰਿਹਾ ਹੈ। ਜੇ ਇਹ ਸਾਡੇ ਕੋਲ ਸਮਾਂ ਹੈ, ਇਹ ਸਮੇਂ ਦੀ ਕਦਰ ਕਰਦਿਆਂ ਹੋਇਆਂ ਸਤਿਗੁਰੂ ਦੀ ਬਾਣੀ ਨੂੰ, ਸਤਿਗੁਰੂ ਦੇ ਇਤਿਹਾਸ ਨੂੰ ਪੜ੍ਹਨ ਦਾ ਯਤਨ ਕਰੀਏ। ਕਿਤੇ ਉਹ ਵਿਦਵਾਨ ਅਕਬਰ ਇਲਾਹਾਬਾਦੀ ਜਿਹੜੀ ਗੱਲ ਕਹਿੰਦਾ ਹੈ ਉਹ ਸਾਡੇ ਉੱਪਰ ਹੀ ਨਾ ਢੁੱਕ ਜਾਏ ਕਿ ਇਹ ਇਨਸਾਨ ਪਹਿਲਾਂ ਕੁਝ ਜੀਵਨ ਦੇ ਸਾਲ ਬੜਾ ਪੜ੍ਹ ਲੈਂਦਾ ਹੈ, ਪੜ੍ਹਨ ਤੋਂ ਬਾਅਦ ਫਿਰ ਇਹ ਨੌਕਰੀ ਕਰਦਾ ਹੈ, ਨੌਕਰੀ ਤੋਂ ਬਾਅਦ ਫਿਰ ਇਹ ਪੈਨਸ਼ਨ ਤੇ ਆ ਜਾਂਦਾ ਹੈ, ਪੈਨਸ਼ਨ ਤੋਂ ਬਾਅਦ ਫਿਰ ਇਸ ਦਾ ਅੰਤ ਹੋ ਜਾਂਦਾ ਹੈ। ਸੰਸਾਰ ਦੇ ਅੰਦਰ ਕੀ ਕਰਨ ਵਾਸਤੇ ਆਇਆ, ਉਸ ਦਾ ਧਿਆਨ ਹੀ ਕੋਈ ਨਾ ਕੀਤਾ। ਕਿਆ ਕਹੂੰ ਅਹਿਬਾਬ, क्या कारे नुमाइंदा कर गए, बीए किया नौकर हुए, पेंशन मिली फिर मर गए। बस इन्ना की जीवन नहीं होना चाहिए। जे समा मिलिया है, जे सवास चल रहे ने, इन्हां सवासां दे नाल दुनियावी ਜ਼ਿੰਮੇਵਾਰੀਆਂ ਨੂੰ ਵੀ ਨਿਭਾਈਏ, ਨਾਲ ਨਾਲ ਸਤਿਗੁਰੂ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਲੋੜਵੰਦਾਂ ਦੀ ਰੱਖਿਆ, ਮਜ਼ਲੂਮਾਂ ਦੀ ਰੱਖਿਆ ਕਰਨ ਦਾ ਵੀ ਯਤਨ ਕਰੀਏ। ਆਪਣੇ ਪਰਿਵਾਰਾਂ ਤੱਕ ਸੀਮਤ ਨਾ ਰਹਿ ਜਾਈਏ। ਜੋ ਕੁਝ ਦਿੱਲੀ ਦੀ ਧਰਤੀ ਤੇ ਹੋ ਰਿਹਾ ਉਸ ਦਰਦ ਨੂੰ ਵੀ ਕਿਤੇ ਸਮਝਣ ਦਾ ਯਤਨ ਕਰੀਏ। ਜੇ ਰਲ ਮਿਲ ਕੇ ਸਾਰੇ ਆਵਾਜ਼ ਉਠਾਵਾਂਗੇ
ਤੇ ਫਿਰ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਝੁਕ ਸਕਦੀ ਹੈ। ਇਸ ਕਰਕੇ ਆਪਣੇ ਸੁੱਖਾਂ ਤੱਕ ਹੀ ਸੀਮਤ ਨਾ ਰਹੋ, ਉਹਨਾਂ ਸੰਬੰਧੀ ਵੀ ਅਰਦਾਸ ਬੇਨਤੀ ਕਰਿਆ ਕਰੋ। ਸਤਿਗੁਰੂ ਕਿਰਪਾ ਕਰਨ। ਸਾਹਿਬਾਂ ਦੇ ਆਗਮਨ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਆਏ ਹੋਏ ਗੁਰਮੁਖ ਪਿਆਰੇ, ਪ੍ਰਭ ਬਾਣੀ ਟੀਵੀ ਵਾਲੇ ਵੀਰ ਜੀ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਕੀਤੇ ਹੋਏ ਬਚਨ ਦੂਰ ਦੂਰ ਤੱਕ ਪਹੁੰਚਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਹਨਾਂ ਦੀਆਂ ਸੇਵਾਵਾਂ ਵੀ ਥਾਂ ਪਾਉਣ। ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਸਨ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ, ਮੁੱਖ ਗ੍ਰੰਥੀ ਗਿਆਨੀ ਜਗਦੇਵ ਸਿੰਘ ਜੀ, ਜੋ ਆਪ ਜੀ ਨੂੰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ।